ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ। ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਪਵਿੱਤਰ ਸ਼ਲੋਕਾਂ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਾਂ ਨੂੰ ਸਮਝਾ ਰਹੇ ਨੇ ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਕਿਤੇ ਹੋਰ ਨਹੀਂ, ਸਾਡੇ ਅੰਦਰ ਵਸਦਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜੋ ਦੁਨੀਆ ਦੇ ਜੀਵ ਨੇ ਉਹ ਪਰਮ ਪਿਤਾ ਪਰਮਾਤਮਾ ਨੂੰ ਤੀਰਥ ਸਥਾਨਾਂ ਤੇ ਲੱਭਦੇ ਫਿਰਦੇ ਨੇ, ਤੇ ਜਿੱਥੇ ਲੱਭ ਰਹੇ ਨੇ ਸਾਧ ਸੰਗਤ ਜੀ ਉੱਥੇ ਉਹਨਾਂ ਨੂੰ ਨਹੀਂ ਜੇ ਮਿਲਦਾ। ਤੇ ਜਿਸ ਸਰੀਰ ਦੇ ਨਾਲ ਉਹ ਪਰਮਾਤਮਾ ਨੂੰ ਲੱਭ ਰਹੇ ਨੇ ਉਸੇ ਸਰੀਰ ਦੇ ਵਿੱਚ ਉਹ ਸਾਰੀ ਦੁਨੀਆ ਦਾ ਮਾਲਕ ਬੈਠਾ ਆ। ਸਤਿਗੁਰੂ ਜੀ ਫਰਮਾਉਂਦੇ ਨੇ, ਕਾਬੇ ਔਰ ਕਹਿਲਾਸ਼ ਮੈਂ ਜੇ ਕੋ ਢੂੰਡਣ ਜਾਏ, ਰਵਿਦਾਸ ਪਿਆਰਾ ਰਾਮ ਤੋ ਬੈਠੇ ਰਹਾ ਮਨ ਮਾਹੇ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਸ ਪਰਮਾਤਮਾ ਨੂੰ ਤੂੰ ਲੱਭਣ ਵਾਸਤੇ ਕਾਬੇ ਜਾਣਾ ਆ, ਕੈਲਾਸ਼ ਪਰਬਤ ਜਾਣਾ ਹੈ, ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਮਨ ਰੂਪੀ ਮੰਦਿਰ ਵਿੱਚ ਮੌਜੂਦ ਹੈ। ਤੂੰ ਉਸ ਦੀ ਖੋਜ ਬਾਹਰ ਭਟਕਣ ਦੀ ਬਜਾਏ ਆਪਣੇ ਅੰਦਰ ਹੀ ਕਰ। ਕਾਬੇ ਔਰ ਕੈਲਾਸ਼ ਮੈਂ ਜੇ ਕੋ ਢੂੰਡਣ ਜਾਏ, ਰਵਿਦਾਸ ਪਿਆਰਾ ਰਾਮ ਤੋਂ ਬੈਠ ਰਿਹਾ ਮਨ ਮਾਏ। ਕਿ ਭਾਈ ਸੈਂਕੜੇ ਕਿਲੋਮੀਟਰ ਦੀ ਯਾਤਰਾ ਕਰਕੇ ਜਿਸ ਪ੍ਰਮਾਤਮਾ ਨੂੰ ਤੂੰ ਲੱਭਣ ਜਾ ਰਿਹਾ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਹੀ ਬੈਠਾ ਹੈ। ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭਲਾਈ। ਕਹਿ ਰਵਿਦਾਸ ਹਾਥ ਪੈ ਨੇਰਾ, ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਕਟਿ ਮਾਈ। ਸਾਧ ਸੰਗਤ ਜੀ, ਪਾਵਨ ਪਵਿੱਤਰ ਅੰਮ੍ਰਿਤ ਬਾਣੀ ਗੁਰਬਾਣੀ ਹਰ ਰੋਜ਼ ਪੁਕਾਰ ਕੇ ਸਾਨੂੰ ਸਮਝਾ ਰਹੀ ਹੈ ਕਿ ਇਹ ਭਾਈ ਉਹ ਪਰਮ ਪਿਤਾ ਪਰਮਾਤਮਾ ਕਿਤੇ ਹੋਰ ਨਹੀਂ, ਤੇਰੇ ਅੰਦਰ ਹੀ ਵਸਦਾ ਆ। ਬਾਹਰ ਖੋਜਤ ਕਾਫਿਰੈ, ਘਟ ਭੀਤਰ ਹੀ ਖੋਜ, ਰਵਿਦਾਸ ਉਨ ਮਨ ਸਾਧ ਕਰ, ਦੇਖ ਪਿਆ ਕੋ ਓਜ। ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਕਿ ਹੇ ਜੀਵ, ਤੂੰ ਪ੍ਰਮਾਤਮਾ ਨੂੰ ਕਿੱਥੇ ਬਾਹਰ ਖੋਜਦਾ ਫਿਰਦਾ ਹੈ, ਉਹ ਤਾਂ ਤੇਰੇ ਮਨ ਰੂਪੀ ਮੰਦਿਰ ਵਿੱਚ ਮੌਜੂਦ ਹੈ। ਇਸ ਲਈ ਭਾਈ ਤੂੰ ਗੁਰੂ ਧਾਰਨ ਕਰ, ਗੁਰੂ ਵਾਲਾ ਬਣ, ਤੇ ਜੋ ਗੁਰੂਆਂ ਨੇ ਗੁਰਮੰਤਰ ਦਿੱਤਾ ਆ ਉਸ ਗੁਰਮੰਤਰ ਦੀ ਕਮਾਈ ਕਰ। ਤੇ ਜਦੋਂ ਤੂੰ ਅੰਦਰ ਧਿਆਨ ਟਿਕਾਏਂਗਾ, ਸੋਹਣ ਸਤਨਾਮ ਦਾ ਜਾਪ ਕਰੇਗਾ, ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤੁਰਿਆ ਅਵਸਥਾ ਦੇ ਵਿੱਚ ਪਹੁੰਚ ਕੇ ਉਹ ਸਾਰੀ ਦੁਨੀਆ ਦਾ ਮਾਲਕ ਤੈਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਬਾਹਰ ਖੋਜਤ ਕਾਫਿਰੈ, ਘਟ ਭੀਤਰ ਹੀ ਖੋਜ, ਰਵਿਦਾਸ ਉਨ ਮਨ ਸਾਧ ਕਰ, ਦੇਖ ਪਿਆ ਕੋ ਓਜ। ਕਿ ਭਾਈ ਇੱਕ ਵਾਰੀ ਦੇਖਤਾ ਸਹੀ, ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਸਤਿਗੁਰੂ ਨਾਮਦੇਵ ਮਹਾਰਾਜ ਜੀ ਵੀ ਇਹੀ ਸਾਨੂੰ ਸਮਝਾ ਰਹੇ ਨੇ ਕਿ ਹੇ ਭਾਈ ਹਰ ਜੀਵ ਦੇ ਵਿੱਚ ਪ੍ਰਮਾਤਮਾ ਬੈਠਾ ਹੈ। ਬਨ ਖੋਜੈ ਪਿਆ ਨਾ ਮਿਲੈ, ਬਨ ਮੈਂ ਪ੍ਰੀਤਮ ਨਾਹਿ, ਰਵਿਦਾਸ ਪਿਆ ਹੈ ਬਸ ਰਿਓ, ਮਾਨਵ ਪ੍ਰੇਮ ਮਾਹੇ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜੰਗਲਾਂ ਦੇ ਵਿੱਚ ਪ੍ਰਮਾਤਮਾ ਨਹੀਂ ਜੇ ਮਿਲਦਾ। ਬਹੁਤੇ ਜੀਵ ਨੇ ਸਾਧ ਸੰਗਤ ਜੀ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰਦੇ ਨੇ, ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ, ਬਨ ਖੋਜੈ ਪਿਆ ਨਾ ਮਿਲੈ, ਬਨ ਮੈਂ ਪ੍ਰੀਤਮ ਨਾਹਿ। ਕਿ ਭਾਈ ਜੰਗਲਾਂ ਦੇ ਵਿੱਚ ਜਾ ਕੇ ਤਪ ਕਰਨ ਨਾਲੋਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੀ ਹੁੰਦੀ। ਰਵਿਦਾਸ ਪਿਆ ਹੈ ਬਸ ਰਿਓ, ਮਾਨਵ ਪ੍ਰੇਮ ਮਾਏ। ਕਿ ਭਾਈ ਉਹ ਪਰਮ ਪਿਤਾ ਪਰਮਾਤਮਾ ਮਾਨਵ ਪ੍ਰੇਮ ਦੇ ਵਿੱਚ ਵਸਦਾ ਹੈ। ਸਾਧ ਸੰਗਤ ਜੀ, ਤੇ ਮਾਨਵ ਪ੍ਰੇਮ ਕੀ ਹੈ? ਜਦੋਂ ਅਸੀਂ ਜਾਤ ਪਾਤ ਤੋਂ ਧਰਮ ਤੋਂ ਉੱਪਰ ਉੱਠ ਕੇ, ਸਾਧ ਸੰਗਤ ਜੀ, ਨਾ ਕੋਈ ਜਾਤੀ ਵਿਤਕਰਾ ਕਰੀਏ ਕਿਸੇ ਨਾਲ, ਨਾ ਕੋਈ ਧਾਰਮਿਕ ਭੇਦਭਾਵ ਕਰੀਏ। ਬਹੁਤੇ ਜੀਵ ਨੇ ਸਾਧ ਸੰਗਤ ਜੀ ਆਪਣੇ ਧਰਮ ਨੂੰ ਵੱਡਾ ਮੰਨਦੇ ਨੇ, ਦੂਸਰੇ ਦੇ ਛੋਟਾ ਮੰਨਦੇ ਨੇ। ਬਹੁਤੇ ਜੀਵ ਨੇ ਜੋ ਆਪਣੀ ਜਾਤ ਨੂੰ ਵੱਡਾ ਛੋਟਾ ਮੰਨਦੇ ਨੇ, ਦੂਸਰੇ ਨੂੰ ਆਪਣੀ ਜਾਤ ਨੂੰ ਵੱਡਾ, ਦੂਸਰੇ ਨੂੰ ਛੋਟਾ ਸਮਝਦੇ ਨੇ, ਜਾਤੀ ਭੇਦਭਾਵ ਕਰਦੇ ਨੇ। ਕੋਈ ਨਸਲੀ ਭੇਦਭਾਵ ਕਰ ਰਿਹਾ ਹੈ ਸਾਧ ਸੰਗਤ ਜੀ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ,
बन खोजै पिया ना मिलै, बन मैं प्रीतम नाए, रविदास पिया है बस रहो मानव प्रेम माए। कि हे भाई, जिस जीव दे विच परमात्मा बैठा आ तो उस जीव दी सेवा कर, भुखे नूं रोटी खवा, जे कोई रोंदा है उसनूं हसा, जे किसी जरूरतमंद नूं कोई जरूरत है उसकी जरूरत पूरी कर। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਅਸੀਂ ਮਾਨਵਤਾ ਦੀ ਸੇਵਾ ਕਰਦੇ ਹਾਂ ਪ੍ਰਮਾਤਮਾ ਬੜਾ ਖੁਸ਼ ਹੁੰਦਾ। ਕੋਈ ਸੰਸਾਰਿਕ ਚੀਜ਼ਾਂ ਚੜਾਉਣ ਨਾਲ ਪ੍ਰਮਾਤਮਾ ਖੁਸ਼ ਨਹੀਂ ਜੀ ਹੁੰਦਾ। ਇੱਕ ਬਹੁਤ ਵੱਡੀ ਸੱਚਾਈ ਹੈ ਸਾਧ ਸੰਗਤ ਜੀ। ਜਿਵੇਂ ਇੱਕ ਕਿਸੇ ਨਗਰ ਦੇ ਵਿੱਚ ਸਾਧੂ ਆਇਆ ਹੋਇਆ ਆ, ਬੜੀ ਮਾਨਵਤਾ ਦੀ ਸੇਵਾ ਕਰਦਾ ਸਾਧ ਸੰਗਤ ਜੀ, ਤੇ ਕੁਝ ਕੁ ਦਿਨਾਂ ਦੇ ਵਿੱਚ ਹੀ ਪੂਰੇ ਨਗਰ ਦੇ ਵਿੱਚ ਤੇ ਆਸੇ ਪਾਸੇ ਜਿੰਨੇ ਵੀ ਪਿੰਡ ਸਨ ਸਭ ਦੇ ਵਿੱਚ ਬੜਾ ਮਸ਼ਹੂਰ ਹੋ ਜਾਂਦਾ ਉਹ ਸਾਧੂ। ਬੜੇ ਲੋਕ ਦੂਰੋਂ ਦੂਰੋਂ ਉਸਦੇ ਦਰਸ਼ਨਾਂ ਨੂੰ ਆਉਂਦੇ ਨੇ। ਤੇ ਸਾਧ ਸੰਗਤ ਜੀ, ਇਹੀ ਗੱਲ ਰਾਜਾ ਤੱਕ ਪਹੁੰਚਦੀ ਹੈ, ਕਿਉਂਕਿ ਪ੍ਰਮਾਤਮਾ ਦਾ ਪਿਆਰਾ ਆ, ਉਹ ਦੁਖੀਆਂ ਦੀ ਸੇਵਾ ਕਰਦਾ ਹੈ ਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਪਰਮ ਪਿਤਾ ਪ੍ਰਮਾਤਮਾ ਦੀ ਉਸਨੂੰ ਪ੍ਰਾਪਤੀ ਹੋਈ ਹੈ। ਬੜਾ ਹੀ ਨਿਮਾਣਾ ਸਾਧੂ ਹੈ ਸਾਧ ਸੰਗਤ ਜੀ, ਬੜਾ ਹੀ ਨਿਮਾਣਾ ਫਕੀਰ ਹੈ। ਤੇ ਇਸ ਤਰ੍ਹਾਂ ਉਸਦੇ ਦਰਸ਼ਨ ਕਰਕੇ ਇੰਜ ਲੱਗਦਾ ਹੈ ਕਿ ਜਿਵੇਂ ਉਸਨੂੰ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਹੈ। ਉਸਦੇ ਦਰਸ਼ਨ ਇੰਜ ਨੇ ਜਿਵੇਂ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ। ਬੜਾ ਹੀ ਚਿਹਰੇ ਤੇ ਤੇਜ ਹੈ ਤੇ ਮਾਨਵਤਾ ਦੀ ਸੇਵਾ ਕਰ ਰਿਹਾ ਸਾਧ ਸੰਗਤ ਜੀ। ਇਹੀ ਗੱਲ ਰਾਜਾ ਤੱਕ ਪਹੁੰਚਦੀ ਹੈ ਤੇ ਜਦੋਂ ਇਹ ਗੱਲ ਰਾਜਾ ਤੱਕ ਪਹੁੰਚਦੀ ਹੈ, ਰਾਜਾ ਆਪਣੇ ਦਰਬਾਰੀਆਂ ਨੂੰ, ਸਿਪਾਹੀਆਂ ਨੂੰ ਕਹਿੰਦਾ ਕਿ ਭਾਈ ਮੈਨੂੰ ਵੀ ਉਸਦੇ ਦਰਸ਼ਨ ਕਰਾਓ, ਜਾਓ ਉਸਨੂੰ ਬੁਲਾ ਕੇ ਲਿਆਓ। ਤੇ ਸਾਧ ਸੰਗਤ ਜੀ, ਸਾਧੂ ਨੂੰ ਬੁਲਾਇਆ ਜਾਂਦਾ ਹੈ, ਉਸਦਾ ਬੜਾ ਮਾਨ ਸਤਿਕਾਰ ਕੀਤਾ ਜਾਂਦਾ ਹੈ। ਰਾਜਾ ਉਸਦਾ ਬੜਾ ਆਦਰ ਤੇ ਮਾਣ ਦੇ ਨਾਲ ਉਸਦਾ ਸਵਾਗਤ ਕਰਦਾ ਹੈ, ਨਾਲ ਬਿਠਾਇਆ ਜਾਂਦਾ ਹੈ। ਤੇ ਸਾਧ ਸੰਗਤ ਜੀ, ਜਦੋਂ ਰਾਜਾ ਆਪਣੇ ਮਨ ਦੀ ਗੱਲ ਪੁੱਛਦਾ ਆ ਸਾਧੂ ਨੂੰ ਕਿ ਹੇ ਫਕੀਰ ਜੀ, ਹੇ ਸਾਧੂ ਜੀ, ਹੇ ਸੰਤ ਜੀ, ਮੈਂ ਬੜੀ ਪ੍ਰਸ਼ੰਸਾ ਸੁਣੀ ਹੈ ਆਪ ਦੀ, ਬੜੇ ਦੁਖੀਆਂ ਦੀ ਤੁਸੀਂ ਸੇਵਾ ਕਰ ਰਹੇ ਹੋ, ਮਾਨਵਤਾ ਦੀ ਸੇਵਾ ਕਰ ਰਹੇ ਹੋ, ਰੋਂਦੇ ਨੂੰ ਹਸਾ ਰਹੇ ਹੋ, ਭੁੱਖੇ ਨੂੰ ਰੋਟੀ ਖਵਾ ਰਹੇ ਹੋ, ਮੇਰੇ ਦਰਬਾਰ ਦੇ ਵਿੱਚ ਆਏ ਹੋਏ ਹੋ, ਮੇਰੇ ਰਾਜ ਵਿੱਚ ਆਏ ਹੋ ਤੇ ਤੁਹਾਡਾ ਸਵਾਗਤ ਹੈ। ਪਰ ਮੈਨੂੰ ਇੱਕ ਗੱਲ ਦੱਸੋ, ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਮੇਰਾ ਵੀ ਇੱਕ ਸਵਾਲ ਹੈ, ਉਸ ਦਾ ਹੱਲ ਕਰੋ। ਸਾਧੂ ਕਹਿੰਦਾ ਹੈ, ਪੁੱਛੋ ਰਾਜਨ ਜੀ, ਤੁਸੀਂ ਇਸ ਇਲਾਕੇ ਦੇ ਰਾਜਾ ਹੋ ਤੇ ਜੋ ਵੀ ਤੁਸੀਂ ਕਹੋਗੇ ਅਸੀਂ ਉਹ ਕਰਕੇ ਦਿਖਾਵਾਂਗੇ, ਕੋਸ਼ਿਸ਼ ਕਰਾਂਗੇ। ਰਾਜਾ ਕਹਿੰਦਾ ਹੈ ਕਿ ਮੈਂ ਪ੍ਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਮੈਨੂੰ ਵੀ ਕੋਈ ਰਾਹ ਦੱਸੋ, ਉਪਾਅ ਦੱਸੋ ਕਿ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ। ਤਾਂ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਰਾਜਾ ਜੀ, ਜਿਵੇਂ ਮੈਂ ਤੁਹਾਡੇ ਕੋਲ ਆ ਗਿਆ, ਮੈਨੂੰ ਤੁਹਾਡੇ ਦਰਸ਼ਨ ਦੀਦਾਰੇ ਹੋ ਗਏ, ਬਸ ਐਵੇਂ ਹੀ ਪ੍ਰਮਾਤਮਾ ਮਿਲ ਜਾਂਦਾ ਆ। ਰਾਜਾ ਬੜਾ ਹੈਰਾਨ ਹੁੰਦਾ ਹੈ, ਇਹ ਕਿਸ ਤਰ੍ਹਾਂ ਦਾ ਜਵਾਬ ਹੋਇਆ? ਕਿਉਂਕਿ ਆਮ ਤੌਰ ਤੇ ਸਾਧ ਸੰਗਤ ਜੀ, ਸਾਧੂ ਸੰਤ ਦੱਸਦੇ ਨੇ ਕਿ ਭਾਈ ਆਹ ਗੁਰਮੰਤਰ ਜਪੋ, ਆਹ ਪਾਠ ਕਰੋ, ਆਹ ਪੂਜਾ ਕਰੋ। ਪਰ ਇਹ ਬੜਾ ਅਜੀਬ ਸਾਧੂ ਹੈ। ਇਹ ਕਹਿੰਦਾ ਕਿ ਜਿਵੇਂ ਰਾਜਾ ਜੀ ਮੈਨੂੰ ਤੁਹਾਡੇ ਦਰਸ਼ਨ ਹੋ ਗਏ, ਐਵੇਂ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਸਨ। ਰਾਜਾ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਧੂ ਜੀ, ਮੈਂ ਪ੍ਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਰਾਹ ਦੱਸੋ। ਸਾਧੂ ਫਿਰ ਸਾਧ ਸੰਗਤ ਜੀ ਉਹੀ ਉੱਤਰ ਦਿੰਦਾ ਆ ਕਿ ਰਾਜਾ ਜੀ, ਜਿਸ ਤਰ੍ਹਾਂ ਮੈਨੂੰ ਆਪ ਜੀ ਦੇ ਦਰਸ਼ਨ ਹੋ ਗਏ, ਉਸੇ ਤਰ੍ਹਾਂ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਸਨ। ਰਾਜਾ ਬਾਰ-ਬਾਰ ਬੇਨਤੀ ਕਰ ਰਿਹਾ ਸਾਧ ਸੰਗਤ ਜੀ, ਤੇ ਸਾਧੂ ਵੀ ਬਾਰ-ਬਾਰ ਉਹੀ ਗੱਲ ਦੁਹਰਾ ਰਿਹਾ ਹੈ। ਤਾਂ ਸਾਧ ਸੰਗਤ ਜੀ, ਜਦੋਂ ਰਾਜਾ ਉਸਦੇ ਚਰਨੀ ਪੈ ਜਾਂਦਾ ਆ ਕਿ ਸਾਧੂ ਜੀ ਮੈਨੂੰ ਰਾਹ ਪਾਓ, ਮੈਨੂੰ ਤੁਹਾਡੀ ਜਿਹੜੀਆਂ ਰਹੱਸਮਈ ਗੱਲਾਂ ਸਮਝ ਨਹੀਂ ਆ ਰਹੀਆਂ, ਤਾਂ ਫਿਰ ਸਾਧ ਸੰਗਤ ਜੀ, ਜੋ ਸਾਧੂ ਹੈ, ਫਕੀਰ ਸੀ, ਉਸਨੇ ਰਾਜਾ ਨੂੰ ਦੱਸਿਆ ਕਿ ਰਾਜਾ ਜੀ, ਇੱਕ ਗੱਲ ਦੱਸੋ, ਤੁਸੀਂ ਮੈਨੂੰ ਇੱਥੇ ਕਿਉਂ ਬੁਲਾਇਆ? ਰਾਜਾ ਜਵਾਬ ਦਿੰਦਾ ਹੈ ਕਿ ਮੈਂ ਬੜੀ ਤੁਹਾਡੀ ਪ੍ਰਸ਼ੰਸਾ ਸੁਣੀ ਹੈ, ਤੁਸੀਂ ਮਾਨਵਤਾ ਦੀ ਸੇਵਾ ਕਰ ਰਹੇ ਹੋ, ਮੈਨੂੰ ਬੜਾ ਅੱਛਾ ਲੱਗਿਆ ਕਿ ਮੇਰੇ ਰਾਜ ਦੇ ਵਿੱਚ ਆ ਕੇ ਕੋਈ ਮੇਰੇ ਨਗਰ ਦੇ ਨਿਵਾਸੀਆਂ ਦੀ, ਮੇਰੇ ਨਗਰ ਦੇ ਵਿੱਚ ਰਹਿਣ ਵਾਲੀ ਜਨਤਾ ਦੀ, ਲੋਕਾਂ ਦੀ ਸੇਵਾ ਕਰ ਰਿਹਾ ਆ, ਭੁੱਖੇ ਨੂੰ ਰੋਟੀ ਖਵਾ ਰਿਹਾ, ਸਾਧ ਸੰਗਤ ਜੀ ਰੋਂਦੇ ਨੂੰ ਹਸਾ ਰਿਹਾ ਹੈ, ਕੋਈ ਬਿਮਾਰ ਹੈ ਉਸ ਦੀ ਮਦਦ ਕਰ ਰਿਹਾ ਸਾਧ ਸੰਗਤ ਜੀ। ਤੇ ਬੜੇ ਤੁਸੀਂ ਉਪਕਾਰ ਕਰ ਰਹੇ ਹੋ ਲੋਕਾਂ ਦੇ ਉੱਪਰ।
ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਮੇਰੇ ਪ੍ਰਜਾ ਦੇ ਉੱਪਰ ਕੋਈ ਇੰਨਾ ਸਾਰਾ ਉਪਕਾਰ ਕਰ, ਇੰਨੀ ਸੇਵਾ ਕਰਨ ਵਾਲਾ ਫਕੀਰ। ਮੈਂ ਬੜੀ ਪ੍ਰਸ਼ੰਸਾ ਸੁਣੀ ਤੇ ਮੈਥੋਂ ਰਿਹਾ ਨਹੀਂ ਗਿਆ ਤੁਹਾਡੇ ਦਰਸ਼ਨਾਂ ਦੇ ਲਈ, ਇਸ ਲਈ ਮੈਂ ਤੁਹਾਨੂੰ ਦਰਬਾਰ ਦੇ ਵਿੱਚ ਬੁਲਾ ਲਿਆ। ਤਾਂ ਸਾਧ ਸੰਗਤ ਜੀ, ਪਤਾ ਸਾਧੂ ਨੇ ਕੀ ਕਿਹਾ, ਬਸ ਰਾਜਨ, ਇਹੀ ਰਾਜ ਹੈ, ਇਹੀ ਗੱਲ ਹੈ, ਇਹੀ ਰਸਤਾ ਹੈ ਕਿ ਮੇਰੀ ਸੇਵਾ ਦੇਖ ਕੇ ਮੈਂ ਤੁਹਾਡੇ ਪ੍ਰਜਾ ਦੀ ਸੇਵਾ ਕੀਤੀ ਤੇ ਤੁਸੀਂ ਬੜੇ ਪ੍ਰਸੰਨ ਹੋਏ। ਮੈਂ ਤੁਹਾਡੇ ਲੋਕਾਂ ਦੀ ਸੇਵਾ ਕੀਤੀ, ਪ੍ਰਜਾ ਦੀ ਸੇਵਾ ਕੀਤੀ, ਤੁਹਾਨੂੰ ਬੜਾ ਅੱਛਾ ਲੱਗਿਆ, ਮੈਨੂੰ ਬੁਲਾ ਲਿਆ, ਮੈਨੂੰ ਤੁਹਾਡੇ ਦਰਸ਼ਨ ਹੋ ਗਏ। ਐਸੇ ਤਰ੍ਹਾਂ ਉਹ ਪਰਮ ਪਿਤਾ ਪਰਮਾਤਮਾ ਦੇ ਜਦੋਂ ਅਸੀਂ ਬੱਚਿਆਂ ਦੀ ਸੇਵਾ ਕਰਦੇ ਆ ਨਾ, ਉਹ ਖੁਦ ਦਰਸ਼ਨ ਦੇਣ ਆਉਂਦਾ ਆ, ਉਹ ਖੁਦ ਪ੍ਰਾਪਤੀ ਅੰਦਰੋਂ ਕਰਵਾ ਦਿੰਦਾ। ਸਾਧ ਸੰਗਤ ਜੀ, ਬਹੁਤ ਵੱਡਾ ਸੱਚ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਇਹੀ ਸਮਝਾ ਰਹੇ ਨੇ, ਬਨ ਖੋਜੈ ਪਿਆ ਨਾ ਮਿਲੈ, ਬਨ ਮੈਂ ਪ੍ਰੀਤਮ ਨਾਏ, ਰਵਿਦਾਸ ਪਿਆ ਹੈ ਬਸ ਰਿਓ ਮਾਨਵ ਪ੍ਰੇਮਾਏ। ਕਿ ਭਾਈ ਮਾਨਵਤਾ ਨੂੰ ਪ੍ਰੇਮ ਕਰੋ, ਕਿਸੇ ਨੂੰ ਨਫ਼ਰਤ ਨਾ ਜੇ ਕਰੋ, ਕਿਉਂਕਿ ਨਫ਼ਰਤ ਦੇ ਵਿੱਚ ਕੁਝ ਨਹੀਂ ਰੱਖਿਆ। ਸਾਧ ਸੰਗਤ ਜੀ, ਸਭ ਪ੍ਰਮਾਤਮਾ ਦੇ ਬੱਚੇ ਨੇ। ਜਿਸ ਤਰ੍ਹਾਂ ਅਸੀਂ ਕਿਸੇ ਦੇ ਬੱਚਿਆਂ ਨੂੰ ਖਿਡਾਈਏ, ਉਸ ਨੂੰ ਖਾਣ ਪੀਣ ਨੂੰ ਵਧੀਆ ਫਲ ਫਰੂਟ ਦਈਏ, ਸਾਧ ਸੰਗਤ ਜੀ, ਉਸ ਦਾ ਖਿਆਲ ਰੱਖੀਏ, ਤੇ ਸਾਧ ਸੰਗਤ ਜੀ ਉਸਦੇ ਜੋ ਕਰਦੇ ਨੇ ਉਹ ਬੜੇ ਖੁਸ਼ ਹੋਣਗੇ, ਸਾਨੂੰ ਦੁਆਵਾਂ ਦੇਣਗੇ, ਸਾਡੇ ਨਾਲ ਵੀ ਅੱਛਾ ਵਿਹਾਰ ਕਰਨਗੇ। ਪਰ ਜੇਕਰ ਅਸੀਂ ਉਹਨਾਂ ਬੱਚਿਆਂ ਨੂੰ ਹੀ ਮਾਰੀਏ, ਕੁੱਟੀਏ, ਉਹਨਾਂ ਦਾ ਬੁਰਾ ਸੋਚੀਏ, ਤਾਂ ਉਸਦੇ ਜੋ ਮਾਤਾ ਪਿਤਾ ਨੇ ਸਾਧ ਸੰਗਤ ਜੀ, ਉਹ ਗੁੱਸਾ ਕਰਨਗੇ, ਸਾਨੂੰ ਮਾੜਾ ਕਹਿਣਗੇ, ਸਾਡੇ ਨਾਲ ਗਲਤ ਵਿਹਾਰ ਕਰ ਸਕਦੇ ਨੇ, ਕਿਉਂਕਿ ਅਸੀਂ ਉਹਨਾਂ ਦੇ ਬੱਚਿਆਂ ਦਾ ਖਿਆਲ ਨਹੀਂ ਰੱਖ ਰਹੇ, ਮਾੜਾ ਕਹਿ ਰਹੇ ਹਾਂ, ਦੁਰਵਿਹਾਰ ਕਰ ਰਹੇ ਹਾਂ। ਇਹ ਜਗ ਦੀ ਰੀਤ ਹੈ ਸਾਧ ਸੰਗਤ ਜੀ। ਜੇਕਰ ਅਸੀਂ ਮਾਨਵਤਾ ਦੀ ਸੇਵਾ ਕਰਦੇ ਹਾਂ, ਉਹ ਪਰਮ ਪਿਤਾ ਪ੍ਰਮਾਤਮਾ ਦੇ ਬੱਚਿਆਂ ਦੀ ਸੇਵਾ ਕਰਦੇ ਆ, ਰੋਂਦੇ ਨੂੰ ਹਸਾਉਂਦੇ ਆ, ਭੁੱਖੇ ਨੂੰ ਰੋਟੀ ਖਵਾਉਂਦੇ ਆ, ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਦੇ ਆ, ਕਿਸੇ ਬਿਮਾਰ ਦੀ ਦਵਾ ਦਾਰੂ ਕਰ ਦਿੰਦੇ ਆ। ਸਾਧ ਸੰਗਤ ਜੀ, ਬਹੁਤੇ ਗਰੀਬ ਨੇ ਜਿਨ੍ਹਾਂ ਕੋਲ ਦਵਾਈ ਲਈ ਪੈਸੇ ਨਹੀਂ ਆ, ਉਹਨਾਂ ਦੀ ਮਦਦ ਕਰ ਦਿੰਦੇ ਆ। ਕਿਸੇ ਬੱਚੇ ਨੂੰ ਸਿੱਖਿਆ ਦੇ ਵਿੱਚ ਮਦਦ ਕਰ ਦਿੰਦੇ ਆ। ਪੈਸਾ ਹੈ, ਦਿਮਾਗ ਹੈ, ਸਾਧ ਸੰਗਤ ਜੀ, ਸਾਨੂੰ ਉਹ ਵਰਤਣਾ ਚਾਹੀਦਾ ਹੈ। ਅਗਰ ਪੈਸਾ ਹੈ, ਕਿਸੇ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ। ਦਿਮਾਗ ਹੈ, ਲੋਕਾਂ ਨੂੰ ਮੁਸੀਬਤਾਂ ਚੋਂ ਕੱਢਣਾ ਚਾਹੀਦਾ ਆ। ਤੇ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ। ਜਿਵੇਂ ਕਿਸੇ ਮਾਤਾ ਪਿਤਾ ਦੇ ਬੱਚਿਆਂ ਦੇ ਅਸੀਂ ਦੇਖਭਾਲ ਕਰੀਏ, ਉਹ ਖੁਸ਼ ਹੁੰਦੇ ਨੇ, ਭਾਈ ਅਸੀਂ ਸਾਰੇ ਪ੍ਰਮਾਤਮਾ ਦੇ ਬੱਚੇ ਆ। ਜਦੋਂ ਅਸੀਂ ਉਸਦੇ ਬੱਚਿਆਂ ਦੀ ਦੇਖਭਾਲ ਕਰਾਂਗੇ, ਖਿਆਲ ਰੱਖਾਂਗੇ, ਉਹ ਪ੍ਰਮਾਤਮਾ ਬੜਾ ਖੁਸ਼ ਹੁੰਦਾ। ਬਨ ਖੋਜਨ ਕਾ ਜਾਈ ਰਹਿ, ਰਾਮ ਅਲੋਪਾ ਨਾਹੀਂ, ਸਰਵ ਵਿਆਪੀ ਰਾਮ ਤੋ, ਰਵਿਦਾਸ ਸਬਨ ਕੇ ਮਾਹੇ। ਅੱਗੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਹੇ ਜੀਵ, ਜੰਗਲਾਂ ਦੇ ਵਿੱਚੋਂ ਪਰਮ ਪਿਤਾ ਪਰਮਾਤਮਾ ਨੂੰ ਕਿਉਂ ਲੱਭਣ ਜਾਂਦੇ ਹੋ? ਉਹ ਪ੍ਰਮਾਤਮਾ ਕੇਵਲ ਜੰਗਲਾਂ ਦੇ ਵਿੱਚ ਲੋਪ ਨਹੀਂ ਹੋਇਆ, ਉਹ ਸਰਵ ਵਿਆਪਕ ਹੈ, ਘਟ ਘਟ ਦੇ ਵਿੱਚ ਵਿਰਾਜਮਾਨ ਹੈ। ਬਨ ਖੋਜਨ ਕਾ ਜਾਏ ਰੇ, ਰਾਮ ਅਲੋਪਾ ਨਾਏ, ਸਰਵ ਨਿਵਾਸ ਵਿਆਪੀ ਰਾਮ ਤੋਂ, ਰਵਿਦਾਸ ਸਬਨ ਕੇ ਮਾਏ। ਤੇ ਸਤਿਗੁਰੂ ਨਾਮਦੇਵ ਮਹਾਰਾਜ ਜੀ ਵੀ ਸਾਨੂੰ ਇਹੀ ਸਮਝਾਉਂਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਹੇ ਜੀਵ, ਐਸਾ ਕੋਈ ਇਸ ਸੰਸਾਰ ਦੇ ਵਿੱਚ ਜੀਵ ਨਹੀਂ ਹੈ ਜਿਸ ਦੇ ਵਿੱਚ ਪ੍ਰਮਾਤਮਾ ਨਾ ਬੈਠਾ ਹੋਵੇ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ। ਰਾਗੋ ਕ੍ਰਿਸ਼ਨ ਕਰੀਮ ਹਰ, ਰਾਮ ਰਹੀਮ ਖੁਦਾਏ, ਰਵਿਦਾਸ ਮੋਰੈ ਮਨ ਬਸਿਆ, ਕਾ ਖੋਜੂ ਬਨ ਜਾਏ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ, ਸਮਝਾ ਰਹੇ ਨੇ ਸਾਧ ਸੰਗਤ ਜੀ ਕਿ ਪ੍ਰਭੂ ਨੂੰ ਰਾਘਵ, ਕਰੀਮ, ਰਹੀਮ, ਕ੍ਰਿਸ਼ਨ, ਰਾਮ, ਖੁਦਾ ਅਨੇਕਾਂ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ, ਪਰ ਉਹ ਪਰਮ ਪਿਤਾ ਪ੍ਰਮਾਤਮਾ ਇੱਕ ਹੈ। ਉਹ ਸਰਵ ਵਿਆਪੀ ਪ੍ਰਮਾਤਮਾ ਮੇਰੇ ਮਨ ਦੇ ਵਿੱਚ ਵਸਦਾ ਹੈ, ਹਰ ਜੀਵ ਦੇ ਵਿੱਚ ਵਸਦਾ ਹੈ। ਸਾਧ ਸੰਗਤ ਜੀ, ਪ੍ਰਮਾਤਮਾ ਨੂੰ ਜੰਗਲਾਂ ਦੇ ਵਿੱਚ ਜਾ ਕੇ ਖੋਜਣ ਦੀ ਲੋੜ ਨਹੀਂ ਹੈ। ਜਦੋਂ ਸਾਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਤੇ ਵੱਡ ਕਰਮਾਂ ਵਾਲੇ ਆ ਸਾਧ ਸੰਗਤ ਜੀ ਕਿ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਸਾਨੂੰ ਮਿਲੇ ਨੇ। ਐਸੇ ਗੁਰੂ ਸਾਧ ਸੰਗਤ ਜੀ ਕਿ ਜੋ ਸਾਨੂੰ ਆਪਣੇ ਸਰੀਰ ਦੇ ਨਾਲ ਜੋੜ ਰਹੇ ਨੇ, ਕਿਉਂਕਿ ਜਿੰਨੇ ਵੀ ਮਹਾਨ ਪੁਰਸ਼ ਹੋਏ ਨੇ ਸਭਨਾਂ ਦਾ ਇੱਕੋ ਫਰਮਾਨ ਸੀ, ਭਾਈ ਜਦੋਂ ਵੀ ਸਾਨੂੰ ਸੱਚ ਦੀ ਪ੍ਰਾਪਤੀ ਹੋਣੀ ਹੈ ਸਾਨੂੰ ਸਰੀਰ ਦੇ ਵਿੱਚੋਂ ਹੀ ਹੋਣੀ ਹੈ, ਇਸ ਤੋਂ ਪਵਿੱਤਰ ਕੁਝ ਵੀ ਨਹੀਂ ਹੈ। ਧਾਰਮਿਕ ਸਥਾਨਾਂ ਤੇ, ਤੀਰਥ ਸਥਾਨਾਂ ਤੇ ਹੋ ਸਕਦਾ ਸਾਨੂੰ ਸਾਧ ਸੰਗਤ ਜੀ ਉੱਥੇ ਕਿਸੇ ਸਾਧੂ ਦੀ ਸੰਗਤ ਮਿਲ ਜਾਵੇ, ਸਤਸੰਗ ਮਿਲ ਜਾਵੇ, ਕਿਸੇ ਵੀ ਤੀਰਥ ਸਥਾਨ ਤੇ ਜਾਂਦੇ ਆ, ਪਰ ਸਾਧ ਸੰਗਤ ਜੀ ਉਹ ਪਰਮ ਪਿਤਾ ਪ੍ਰਮਾਤਮਾ ਦੀ ਸੱਤ ਦੀ ਪ੍ਰਾਪਤੀ ਜਦੋਂ ਹੋਣੀ ਹੈ ਸਾਨੂੰ ਸਰੀਰ ਦੇ ਵਿੱਚੋਂ ਹੀ ਹੋਣੀ ਹੈ।
ਜੇਕਰ ਅਸੀਂ ਕਿਸੇ ਸਾਧੂ ਸੰਤ ਕੋਲ ਸੈਂਕੜੇ ਕਿਲੋਮੀਟਰ ਦੂਰ ਦੀ ਯਾਤਰਾ ਕਰਕੇ ਜਾਂਦੇ ਆ ਨਾ, ਅਗਰ ਉਹ ਸਾਧੂ ਸੱਚਾ ਹੈ, ਉਹ ਸਾਨੂੰ ਇਹੀ ਦੱਸੇਗਾ ਕਿ ਭਾਈ ਤੇਰੇ ਸਰੀਰ ਦੇ ਵਿੱਚ ਹੀ ਸਭ ਕੁਝ ਹੈ। ਅਪ ਧਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖਵਾਰ। ਸਾਧੂ ਕੀ ਜੋ ਲੈ ਓਟ, ਤੇਰਾ ਮਿਟੈ ਪਾਪ ਸਭ ਕੋਟ ਕੋਟ। ਇਹ ਸੱਚ ਹੈ ਕਿ ਸਾਧੂਆਂ ਦੀ ਸੰਗਤ ਕਰਨ ਨਾਲ ਅਨੇਕਾਂ ਪਾਪ ਕੱਟੇ ਜਾਂਦੇ ਨੇ। ਪਰ ਸਾਧ ਸੰਗਤ ਜੀ ਕੱਟੇ ਉਦੋਂ ਜਾਂਦੇ ਨੇ ਜਦੋਂ ਅਸੀਂ ਸਾਧੂ ਦੀ ਸੰਗਤ ਕਰੀਏ ਤੇ ਸਾਧੂ ਦੇ ਦਿਖਾਏ ਮਾਰਗ ਤੇ ਵੀ ਚੱਲੀਏ। ਤੇ ਸੱਚਾ ਸਾਧੂ ਕੌਣ ਹੈ ਸਾਧ ਸੰਗਤ ਜੀ? ਜੋ ਸਾਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਚੋਂ ਕੱਢੇ, ਸਾਡੇ ਅੰਦਰ ਬੈਠੇ ਪਰਮ ਪਿਤਾ ਪ੍ਰਮਾਤਮਾ ਨਾਲ ਸਾਨੂੰ ਜੋੜ ਦੇਵੇ, ਉਹ ਸਾਧੂ ਸੱਚਾ ਹੁੰਦਾ ਹੈ। ਸੋ ਆਓ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਸ਼ਲੋਕਾਂ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਆ ਕਿ ਭਾਈ ਜੰਗਲਾਂ ਵਿੱਚ ਪ੍ਰਮਾਤਮਾ ਨਹੀਂ ਬੈਠਾ, ਉਹ ਸਾਡੇ ਸਰੀਰ ਦੇ ਵਿੱਚ ਹੀ ਬੈਠਾ ਆ। ਤੇ ਜੇਕਰ ਅਸੀਂ ਮਾਨਵਤਾ ਨਾਲ ਪਿਆਰ ਕਰਦੇ ਆ, ਮਾਨਵਤਾ ਨਾਲ ਪ੍ਰੀਤ ਕਰਦੇ ਆ, ਸਾਧ ਸੰਗਤ ਜੀ ਸਤ ਸੰਗਤ ਮਿਲ ਰਹੀ ਆ ਮਾਧੋ ਜੈਸੇ ਮਧੂਮੱਖੀ ਰੇ। ਸਤਿਗੁਰਾਂ ਦਾ ਹੀ ਫਰਮਾਨ ਹੈ ਕਿ ਮਾਨਵਤਾ ਨਾਲ ਪ੍ਰੇਮ ਕਰਨ ਦੇ ਨਾਲ ਉਹ ਪਰਮ ਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੋ ਆਓ ਸਾਧ ਸੰਗਤ ਜੀ, ਜਿਨੇ ਵੀ ਭੇਦ ਭਾਵ ਨੇ, ਚਾਹੇ ਜਾਤੀ ਦਾ ਭੇਦ ਭਾਵ ਹੈ, ਚਾਹੇ ਕੋਈ ਧਾਰਮਿਕ ਭੇਦ ਭਾਵ ਹੈ, ਚਾਹੇ ਕੋਈ ਨਸਲੀ ਭੇਦ ਭਾਵ ਹੈ, ਹਰ ਭੇਦ ਭਾਵ ਤੋਂ ਅਸੀਂ ਉੱਪਰ ਉੱਠ ਕੇ ਹਰ ਜੀਵ ਦੇ ਵਿੱਚ ਪ੍ਰਮਾਤਮਾ ਦੇਖੀਏ, ਹਰ ਜੀਵ ਨੂੰ ਅਸੀਂ ਉਸ ਪ੍ਰਮਾਤਮਾ ਦਾ ਬੱਚਾ ਸਮਝੀਏ, ਤਾਂ ਜੋ ਸਾਡੀ ਜ਼ਿੰਦਗੀ ਸਫਲ ਹੋ ਸਕੇ, ਦੂਸਰੇ ਜੀਵਾਂ ਦਾ ਵੀ ਭਲਾ ਹੋ ਸਕੇ। ਕਿਉਂਕਿ ਸਾਧ ਸੰਗਤ ਜੀ, ਅੱਜ ਪੂਰੇ ਵਿਸ਼ਵ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੀਆਂ, ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ। ਸਾਧ ਸੰਗਤ ਜੀ, ਨਗਰ ਕੀਰਤਨ ਸਜਾਏ ਜਾ ਰਹੇ ਨੇ। ਇਹ ਤਾਂ ਹੀ ਫਾਇਦਾ ਸਾਧ ਸੰਗਤ ਜੀ, ਜੇਕਰ ਅਸੀਂ ਜਨਮ ਦਿਨ ਮਨਾਉਂਦੇ ਆ, ਨਾਲ ਗੁਰੂਆਂ ਦਾ ਪ੍ਰਚਾਰ ਵੀ ਕਰੀਏ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੋ ਰਸਤਾ ਦਿਖਾ ਰਹੇ ਨੇ, ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਵੀ ਕਰੀਏ। ਜਦੋਂ ਵੀ ਅਸੀਂ ਕੋਈ ਸਤਸੰਗ ਕਰਵਾਉਂਦੇ ਆ, ਕੀਰਤਨ ਕਰਵਾਉਂਦੇ ਆ, ਅਗਰ ਸਾਧ ਸੰਗਤ ਜੀ ਉੱਥੇ ਬੈਠੇ ਇੱਕ ਇਨਸਾਨ ਦੇ ਮਨ ਦੇ ਵਿੱਚ ਵੀ ਗੱਲ ਬੈਠ ਜਾਂਦੀ ਹੈ, ਅਗਰ ਉਹ ਆਪਣਾ ਜੀਵਨ ਬਦਲ ਲੈਂਦਾ ਹੈ, ਤਾਂ ਸਮਝੋ ਭਾਈ ਆਪਣਾ ਜੋ ਸਤਸੰਗ ਕੀਰਤਨ ਕਰਵਾਇਆ ਉਹ ਸਫਲ ਹੋ ਗਿਆ। ਇਹੀ ਸਤਸੰਗ ਦੀ ਮਹਾਨਤਾ ਹੈ ਸਾਧ ਸੰਗਤ ਜੀ, ਕਿ ਮਨ ਦੇ ਨਾਲ ਜੁੜਨਾ ਹੈ ਅਸੀਂ। ਤੇ ਜਦੋਂ ਜੀਵ ਸਤਸੰਗ ਦੇ ਵਿੱਚ ਆਉਂਦਾ, ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਚੰਗੀਆਂ ਚੰਗੀਆਂ ਪਾਵਨ ਪਵਿੱਤਰ ਅਧਿਆਤਮਕ ਗੱਲਾਂ। ਤੇ ਜਦੋਂ ਇਨਸਾਨ ਉਸ ਤੇ ਅਮਲ ਕਰਦਾ, ਉਸ ਦਾ ਫਲ ਜੋ ਹੈ ਸਾਧ ਸੰਗਤ ਜੀ, ਜਿਨ੍ਹਾਂ ਨੇ ਸਤਸੰਗ ਕੀਰਤਨ ਕਰਵਾਇਆ ਹੁੰਦਾ ਆ, ਉਹਨਾਂ ਨੂੰ ਵੀ ਮਿਲਦਾ ਹੈ। ਸੋ ਭਾਈ, ਜੋ ਮਿਸ਼ਨ ਸਾਡੇ ਰਹਿਬਰਾਂ ਨੇ ਚਲਾਇਆ, ਉਸ ਮਿਸ਼ਨ ਨੂੰ ਜਿੰਨੇ ਵੀ ਸੇਵਾਦਾਰ ਨੇ ਅੱਗੇ ਵਧਾ ਰਹੇ ਨੇ। ਪਰ ਸਾਡਾ ਫਰਜ਼ ਬਣਦਾ ਹੈ ਸਾਧ ਸੰਗਤ ਜੀ, ਜੋ ਸੇਵਾਵਾਂ ਕਰ ਰਹੇ ਨੇ ਸੇਵਾਦਾਰ, ਪੂਰੇ ਵਿਸ਼ਵ ਦੇ ਵਿੱਚ ਜਨਮ ਦਿਨ ਮਨਾ ਰਹੇ ਨੇ, ਸਾਡੇ ਆਮ ਸੰਗਤਾਂ ਦਾ ਵੀ ਫਰਜ਼ ਹੈ ਕਿ ਅਸੀਂ ਸਤਸੰਗ ਕੀਰਤਨ 'ਚ ਜਾਈਏ, ਉੱਥੇ ਸੁਣੀਏ ਤੇ ਉਸ ਤੇ ਅਮਲ ਵੀ ਕਰੀਏ। ਜਿੰਨੇ ਵੀ ਸਾਡੇ ਰਹਿਬਰ ਹੋਏ ਨੇ, ਬੜੀਆਂ ਕੁਰਬਾਨੀਆਂ, ਸੰਘਰਸ਼ ਕੀਤੇ ਨੇ, ਤੇ ਸਭਨਾਂ ਦਾ ਇੱਕੋ ਹੀ ਉਦੇਸ਼ ਸੀ ਸਾਧ ਸੰਗਤ ਜੀ, ਸਾਡੇ ਜੀਵਨ ਨੂੰ ਸਵਾਰਨਾ। ਜਿਵੇਂ ਬਾਬਾ ਸਾਹਿਬ ਦਾ ਪਹਿਲਾ ਉਪਦੇਸ਼ ਹੀ ਪੜੋ, ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਕੀ ਸਮਝਾਉਂਦੇ ਨੇ? ਮਾਧੋ ਅਵਿਦਿਆ ਹਿਤਕੀਨ ਬਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੇ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰ ਕੋ ਜਾਣ ਜਾਣ। ਕਿ ਭਾਈ ਸਿੱਖਿਆ ਤੋਂ ਬਗੈਰ ਅਸੀਂ ਕੁਝ ਵੀ ਨਹੀਂ। ਭਾਈ ਆਪਣੇ ਬੱਚਿਆਂ ਨੂੰ ਖੂਬ ਪੜਾਓ, ਇਹੀ ਸਾਡੇ ਰਹਿਬਰਾਂ ਦਾ ਉਪਦੇਸ਼ ਸੀ। ਸਕੂਲਾਂ ਕਾਲਜਾਂ ਦੀ ਪੜ੍ਹਾਈ ਕਰਾਓ ਤਾਂ ਜੋ ਵੱਡੇ ਵੱਡੇ ਅਹੁਦਿਆਂ ਤੇ ਜਾ ਸਕਣ। ਅੱਗੇ ਬਾਬਾ ਸਾਹਿਬ ਨੇ ਫਰਮਾਇਆ ਸੀ, ਜੁੜੋ ਸਤਿਗੁਰੂ ਜੀ ਫਰਮਾ ਕੇ ਗਏ ਸਨ ਸਾਧ ਸੰਗਤ ਜੀ ਬਾਬਾ ਸਾਹਿਬ ਤੋਂ ਕਿੰਨੇ ਸੌ ਸਾਲ ਪਹਿਲਾਂ, ਕਿ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ। ਕਿ ਭਾਈ ਸੱਚ ਦੇ ਨਾਲ ਇਸ ਤਰ੍ਹਾਂ ਜੁੜ ਕੇ ਰਹੋ ਕਿ ਜਿਵੇਂ ਮਧੂਮੱਖੀਆਂ ਜੁੜ ਕੇ ਰਹਿੰਦੀਆਂ ਨੇ। ਪਰ ਜੁੜਨਾ ਸੀ ਸੱਚ ਨਾਲ ਹੈ ਸਾਧ ਸੰਗਤ ਜੀ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਨਾਲ ਨਹੀਂ ਜੇ ਜੁੜਨਾ। ਸੰਘਰਸ਼ ਕਰੋ ਪ੍ਰਾਦੀਨਤਾ ਪਾਪ ਹੈ, ਜਾਣ ਲਿਓ ਰੇ ਮੀਤ ਰਵਿਦਾਸ ਦਾਸ ਪ੍ਰਾਦੀਨ ਸੋ ਕੌਣ ਕਰੇ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਕਰਦਾ। ਸਾਧ ਸੰਗਤ ਜੀ, ਗੁਲਾਮੀ ਭਾਵੇਂ ਸਰੀਰਕ ਹੋਵੇ ਚਾਹੇ ਮਾਨਸਿਕ ਹੋਵੇ, ਹਰ ਪ੍ਰਕਾਰ ਦੀ ਗੁਲਾਮੀ ਮਾੜੀ ਹੈ। ਇਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ, ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ, ਅਸੀਂ ਸਭ ਦਾ ਹੀ ਭਲਾ ਕਰਨਾ ਹੈ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਬਨ ਕੋ ਅਨਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਸੋ ਆਓ ਸਾਧ ਸੰਗਤ ਜੀ, ਸਭ ਦਾ ਭਲਾ ਕਰੀਏ, ਬਾਹਰਲੀ ਭਟਕਣਾ ਖਤਮ ਕਰਕੇ ਗੁਰੂਆਂ ਦੇ ਦਿਖਾਏ ਮਾਰਗ ਤੇ ਚੱਲੀਏ, ਗੁਰਮੰਤਰ ਦਾ ਜਾਪ ਕਰੀਏ, ਸੋਹਣ ਸਤਨਾਮ ਦਾ ਜਾਪ ਕਰੀਏ, ਆਪਣੇ ਅੰਦਰੋਂ ਉਸ ਪ੍ਰਮਾਤਮਾ ਦੀ ਖੋਜ ਕਰੀਏ। ਤੇ ਸਾਧ ਸੰਗਤ ਜੀ, ਆਪਣੇ ਬੱਚਿਆਂ ਨੂੰ ਖੂਬ ਪੜ੍ਹਾਈਏ, ਵਹਿਮਾਂ ਭਰਮਾਂ ਅਡੰਬਰਾਂ ਤੋਂ ਵੀ ਬਚਾ ਕੇ ਰੱਖੀਏ, ਉਹਨਾਂ ਨੂੰ ਗੁਰਬਾਣੀ ਨਾਲ ਜੋੜੀਆਂ, ਕਿਉਂਕਿ ਗੁਰਬਾਣੀ ਸਾਨੂੰ ਸੱਚ ਦਾ ਮਾਰਗ ਦਿਖਾਉਂਦੀ ਹੈ, ਅਡੰਬਰਾਂ ਪਖੰਡਾਂ ਦਾ ਨਾਸ਼ ਕਰਦੀ ਹੈ। ਸਾਧ ਸੰਗਤ ਜੀ, ਨਾਮ ਤੇਰੇ ਕੀ ਜੋਤ ਲਗਾਈ, ਪਇਓ ਜਿਆਰੋ ਪਵਨ ਸਗਲਾਰੇ।
ਸੋ ਇੰਨੀਆਂ ਕ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ। ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ। ਹਰ ਸੋ ਹੀਰਾ ਛਾੜ ਕੇ ਕਰੈ ਆਨ ਕੀ ਆਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ। ਜੋ ਬੋਲੇ ਸੋ ਨਿਰਭੈ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।